ਸਾਰਿਆਂ ਨੂੰ ਜੈ ਮਸੀਹ ਦੀ। ਮੈਂ ਪ੍ਰਭੂ ਜੀ ਦਾ ਧੰਨਵਾਦ ਕਰਦਾ ਹਾਂ ਜੋ ਪ੍ਰਭੂ ਜੀ ਨੇ ਅੱਜ ਦਾ ਦਿਨ ਮੇਰੇ ਔਰ ਤੁਹਾਡੇ ਜੀਵਨ ਦੇ ਵਿੱਚ ਬਖਸ਼ਿਆ ਹੈ ਕਿ ਅਸੀਂ ਪ੍ਰਭੂ ਦੀ ਮਹਿਮਾ ਦੇ ਵਿੱਚ ਅੱਗੇ ਵਧਦੇ ਜਾਈਏ ਔਰ ਗਰੋ ਹੁੰਦੇ ਜਾਈਏ। ਆਈਏ ਅੱਜ ਦੇ ਵਚਨ ਦੇ ਲਈ ਪ੍ਰਾਰਥਨਾ ਕਰੋ, ਆਪਣੇ ਅੱਖਾਂ ਨੂੰ ਬੰਦ ਰੱਖਦੇ ਹੋਏ, ਆਪਣੇ ਹੱਥਾਂ ਨੂੰ ਉਠਾਉਂਦੇ ਹੋਏ। ਸਵਰਗੀ ਪਿਤਾ ਪ੍ਰਭੂ ਯਿਸੂ ਜੀ, ਅਸੀਂ ਆਪਣੇ ਹਿਰਦੇ ਨੂੰ ਖੋਲ੍ਹਦੇ ਹਾਂ ਤੁਹਾਡੇ ਪਵਿੱਤਰ ਵਚਨਾਂ ਦੇ ਲਈ। ਤੁਹਾਡਾ ਪਵਿੱਤਰ ਵਚਨ ਸਾਡੇ ਜੀਵਨਾਂ ਦੇ ਵਿੱਚ ਕਾਰਜ ਕਰੇ। ਅਸੀਂ ਤਿਆਰ ਹਾਂ ਪ੍ਰਭੂ ਵਚਨ ਨੂੰ ਸੁਣਨ ਦੇ ਲਈ। ਪ੍ਰਭੂ ਯਿਸੂ ਦੇ ਸਾਮਰਥੀ ਔਰ ਜ਼ਿੰਦਾ ਨਾਮ 'ਚ ਮੰਗਦੇ ਹਾਂ, ਆਮੀਨ। ਤੁਸੀਂ ਆਪਣੇ ਬਾਈਬਲ ਨੂੰ ਖੋਲ੍ਹ ਸਕਦੇ ਹੋ। ਸਭ ਉਪਦੇਸ਼ਕ ਦੀ ਪੁਸਤਕ ਜਿਸ ਦੇ 3 ਅਧਿਆਇ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ ਕਿ ਕਿਸ ਤਰ੍ਹਾਂ ਦਾਊਦ ਦਾ ਬੇਟਾ ਔਰ ਯਰੂਸ਼ਲਮ ਦਾ ਰਾਜਾ ਸਭ ਉਪਦੇਸ਼ਕ ਕਿਸ ਤਰ੍ਹਾਂ ਆਪਣੇ ਵਚਨਾਂ ਨੂੰ ਇਸ ਬੁੱਕ ਦੇ ਵਿੱਚ ਪ੍ਰਭੂ ਦੇ ਵਚਨ ਦੇ ਦੁਆਰਾ ਸਾਨੂੰ ਸਿਖਾ ਰਿਹਾ ਹੈ। ਕਹਿੰਦਾ ਕਿ ਜੋ ਵੀ ਧਰਤੀ ਤੇ ਅਸੀਂ ਇਕੱਠਾ ਕਰਦੇ ਹਾਂ ਉਹ ਸਾਰਾ ਕੁਝ ਕਹਿੰਦਾ ਵਿਅਰਥ ਹੈ। ਜੋ ਅਸਮਾਨ ਦੇ ਥੱਲੇ ਆ ਉਹ ਸਾਰਾ ਕੁਝ ਵਿਅਰਥ ਆ, ਕਿਉਂਕਿ ਉਹ ਨਾਸ਼ਵਾਨ ਹੈ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜੋ 3 ਅਧਿਆਇ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ, ਉਹਨੇ ਸਮੇਂ ਨੂੰ ਨਿਯੁਕਤ ਰੱਖਦੇ ਹੋਏ ਕਿਹਾ ਕਿ ਜਿਹੜਾ ਸਮਾਂ ਆ ਉਹ ਕਹਿੰਦਾ ਪ੍ਰਭੂ ਦੇ ਹੱਥਾਂ ਦੇ ਵਿੱਚ ਹੈ। ਕਹਿੰਦਾ ਹਰ ਇੱਕ ਕੰਮ ਦਾ ਇੱਕ ਸਮਾਂ ਆ। ਇਸ ਦੀਆਂ ਕੁਝ ਆਇਤਾਂ ਨੂੰ ਮੈਂ ਤੁਹਾਡੇ ਨਾਲ ਪੜ੍ਹਾਂਗਾ। ਉਸ ਤੋਂ ਬਾਅਦ ਜਦੋਂ ਤੁਸੀਂ ਇਸ ਪੂਰੇ ਅਧਿਆਇ ਨੂੰ ਪੜ੍ਹੋਗੇ ਤੇ ਪ੍ਰਭੂ ਤੁਹਾਨੂੰ ਬਹੁਤ ਕੁਝ ਇਸ ਵਚਨ ਦੇ ਵਿੱਚੋਂ ਸਿਖਾਉਣਗੇ। आइए ਅਸੀਂ वचन ਨੂੰ पढ़ते हैं। हर एक बात का एक अवसर और प्रत्येक काम का जो आकाश के नीचे होता है एक समय है। जन्म का समय है और मरने का भी समय है, बोने का समय है और बोए हुए को उखाड़ने का भी समय है, गात करने का समय है और चंगा करने का भी समय है, ढा देने का समय है और बचाने का भी समय है, रोने का समय है और हंसने का भी समय है, छाती पीटने का समय है और नाचने का भी समय है, पत्थर फेंकने का समय है और पत्थर बटोरने का भी समय है, गले लगाने का समय है और गले लगाने से रोकने का भी समय है, ढूंढने का समय है और खो देने का भी समय है, बचा रखने का समय है और फेंक देने का भी समय है। मतलब ਜਦੋਂ ਅਸੀਂ ਇਸ ਪ੍ਰਭੂ ਦੇ ਵਚਨ ਨੂੰ ਪੜ੍ਹਦੇ ਹਾਂ, ਇਸ ਵਿੱਚ ਪ੍ਰਭੂ ਦਾ ਦਾਸ ਲਿਖਦਾ ਪਿਆ ਹੈ ਕਿ ਹਰ ਇੱਕ ਕੰਮ ਦਾ ਸਮਾਂ ਹੈ। ਸਮੇਂ ਤੋਂ ਪਹਿਲਾਂ ਉਹ ਕੰਮ ਕਦੇ ਵੀ ਨਹੀਂ ਹੁੰਦਾ। ਜਿਸ ਤਰ੍ਹਾਂ ਅਸੀਂ ਪਹਿਲੀ ਆਇਤ ਦੇ ਵਿੱਚ ਜਦੋਂ ਅਸੀਂ ਪੜ੍ਹਿਆ, ਕਹਿੰਦਾ ਕਿ ਜੋ ਵੀ ਆਕਾਸ਼ ਦੇ ਥੱਲੇ ਆ ਉਹ ਸਾਰਾ ਕੁਝ ਜਿਹੜਾ ਆ ਉਹ ਵਿਅਰਥ ਆ। 2 ਆਇਤ ਦੇ ਵਿੱਚ ਜਿਹੜਾ ਅਸੀਂ ਪੜ੍ਹਿਆ ਹੈ, ਜੋ ਇੱਕ ਸਮਾਂ ਨਿਯੁਕਤ ਕੀਤਾ ਹੈ ਪ੍ਰਭੂ ਨੇ ਜੰਮਣ ਦਾ ਔਰ ਮਰਨ ਦਾ ਵੀ ਜਿਹੜਾ ਸਮਾਂ ਨਿਯੁਕਤ ਕੀਤਾ ਹੈ। ਮੈਂ ਤੁਹਾਨੂੰ ਦੱਸਦਾ ਹਾਂ ਕਿ ਜਦੋਂ ਅਸੀਂ ਦੇਖਦੇ ਹਾਂ ਆਪਣੀ ਲਾਈਫ ਦੇ ਵਿੱਚ ਕਿ ਜਦੋਂ ਇੱਕ ਪ੍ਰੈਗਨੈਂਟ ਲੇਡੀ ਹੁੰਦੀ ਹੈ, ਡਾਕਟਰ ਸਕੈਨਿੰਗ ਕਰਾਉਂਦੇ ਨੇ ਔਰ ਦੱਸਦੇ ਨੇ, ਉਹ ਡੇਟ ਦਿੰਦੇ ਨੇ ਕਿ ਇਸ ਸਮੇਂ ਇਹ ਡਿਲੀਵਰੀ ਹੋਵੇਗੀ, ਪਰ ਕਦੀ ਵੀ ਉਹ ਕਰੈਕਟ ਟਾਈਮ 'ਤੇ ਡਿਲੀਵਰੀ ਨਹੀਂ ਹੁੰਦੀ। ਕਿਉਂ ਕਰੈਕਟ ਟਾਈਮ 'ਤੇ ਉਹ ਡਿਲੀਵਰੀ ਨਹੀਂ ਹੁੰਦੀ? ਕਿਉਂਕਿ ਉਹ ਸਮਾਂ ਪ੍ਰਭੂ ਦੇ ਹੱਥਾਂ ਦੇ ਵਿੱਚ ਹੈ। ਹਾਲੇਲੂਇਆ। ਕਿਉਂਕਿ ਪ੍ਰਭੂ ਦਾ ਵਚਨ ਸਾਨੂੰ ਸਿਖਾਉਂਦਾ ਹੈ ਇਹ ਕਹਿੰਦਾ ਜੰਮਣ ਦਾ ਸਮਾਂ ਔਰ ਇੱਕ ਸਮਾਂ ਮਰਨ ਦਾ ਵੀ ਹੈ। ਕਿ ਜੋ ਵੀ ਸਮਾਂ ਹੈ ਉਹ ਪ੍ਰਭੂ ਦੇ ਹੱਥਾਂ ਦੇ ਵਿੱਚ ਹੈ। ਉਸ ਤੋਂ ਪਹਿਲਾਂ ਕੁਝ ਨਹੀਂ ਹੋਵੇਗਾ। ਡਾਕਟਰ ਅਨੁਮਾਨ ਲਗਾਉਂਦੇ ਨੇ, ਜਿਸ ਤਰ੍ਹਾਂ ਉਹ ਜੰਮਣ ਦਾ ਅਨੁਮਾਨ ਲਗਾਉਂਦੇ ਨੇ, ਉਸੇ ਤਰ੍ਹਾਂ ਮਰਨ ਦਾ ਜਦੋਂ ਦੇਖਦੇ ਹਾਂ ਕਿ ਕੋਈ ਸੀਰੀਅਸ ਹੁੰਦਾ ਹੈ, ਉਹ ਡਾਕਟਰ ਕਹਿੰਦੇ ਆਪਣੇ ਘਰ ਦੇ ਵਿੱਚ ਲੈ ਜਾਓ, ਇਸ ਪੇਸ਼ੈਂਟ ਦੀ ਸੇਵਾ ਕਰ ਲਓ, ਕਿਉਂਕਿ ਇਹ 6 ਮਹੀਨੇ ਕੱਢ ਸਕਦਾ ਹੈ, 4 ਮਹੀਨੇ ਕੱਢ ਸਕਦਾ ਹੈ, 2 ਮਹੀਨੇ। ਉਹ ਇੱਕ ਅਨੁਮਾਨ ਲਗਾਉਂਦੇ ਨੇ, ਪਰ ਉਹ ਕਰੈਕਟ ਟਾਈਮ ਨਹੀਂ ਦੱਸ ਸਕਦੇ ਕਿ ਇਸ ਸਮੇਂ ਦੀ ਡੈਥ ਹੋ ਜਾਵੇਗੀ। ਅੱਜ ਜਦੋਂ ਅਸੀਂ ਇਸ ਵਚਨ ਨੂੰ ਪੜ੍ਹਦੇ ਹਾਂ, ਸਾਨੂੰ ਪਤਾ ਲੱਗਦਾ ਹੈ ਕਿ ਹਰ ਇੱਕ ਕੰਮ ਦਾ ਇੱਕ ਸਮਾਂ ਹੈ। ਹਾਲੇਲੂਇਆ। ਮੈਂ ਤੁਹਾਡੇ ਨਾਲ ਇੱਕ ਗਵਾਹੀ ਨੂੰ ਸ਼ੇਅਰ ਕਰਦਾ ਹਾਂ। ਇੱਕ ਭੈਣ ਨੇ ਮੇਰੇ ਨਾਲ ਗੱਲ ਕੀਤੀ, ਕਹਿੰਦੀ ਕਿ ਮੰਮੀ ਪਹਿਲਾਂ ਪ੍ਰਭੂ ਦੇ ਵਿੱਚ ਚੱਲਦੀ ਸੀ, ਮੰਮੀ ਫਾਸਟਿੰਗ ਕਰਦੀ ਸੀ। ਤਾਂ ਮੈਂ ਕਿਹਾ ਬਹੁਤ ਵਧੀਆ ਸਿਸਟਰ ਜੀ, ਪਰ ਹੁਣ ਕੀ ਹੋਇਆ, ਹੁਣ ਕਿਉਂ ਨਹੀਂ ਚੱਲਦੇ ਪਏ? ਕਹਿੰਦੀ ਮੈਂ ਪ੍ਰਭੂ ਦੇ ਅੱਗੇ ਇੱਕ ਪ੍ਰਾਰਥਨਾ ਨੂੰ ਰੱਖਿਆ ਸੀ ਕਿ ਪ੍ਰਭੂ ਮੈਂ 40 ਫਾਸਟਿੰਗ ਰੱਖਣੇ ਆ। ਜੇ ਮੇਰੇ 40 ਫਾਸਟਿੰਗ ਦੇ ਵਿੱਚ ਮੇਰੇ ਘਰ ਵਾਲੇ ਨੂੰ ਜੌਬ ਮਿਲ ਜਾਵੇ। ਉਹਨੇ ਇੱਕ ਡੀਲ ਕੀਤੀ ਪ੍ਰਭੂ ਦੇ ਨਾਲ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜੇਕਰ ਹੋ ਸਕਦਾ ਸੀ ਕਿ ਉਹ ਇਹ ਵਾਅਦਾ ਨਾ ਕਰਦੀ ਕਿ ਪ੍ਰਭੂ 40 ਫਾਸਟਿੰਗ ਦੇ ਵਿੱਚ ਮੇਰੇ ਘਰ ਵਾਲੇ ਨੂੰ ਜੌਬ ਮਿਲ ਜਾਏ, ਜੋ ਬਾਅਦ ਵਿੱਚ ਵੀ ਪ੍ਰਭੂ ਦੇ ਨਾਲ ਚੱਲਦੀ ਜਾਂਦੀ
ਤੇ ਅੱਜ ਮੇਰਾ ਵਿਸ਼ਵਾਸ ਹੈ ਕਿ ਉਸਦੇ ਘਰ ਦੇ ਨੂੰ ਜੋਬ ਜ਼ਰੂਰ ਮਿਲਦੀ, ਪਰ ਉਹ ਭੈਣ ਵਾਪਸ ਮੁੜ ਗਈ। ਉਹੀ ਫੇਰ ਆਪਣੇ ਪੁਰਾਣੇ ਕੰਮਾਂ ਦੇ ਵਿੱਚ, ਨਾ ਤਾਂ ਉਹਦੇ ਪਤੀ ਨੂੰ ਜੋਬ ਮਿਲੀ ਔਰ ਪ੍ਰਭੂ ਤੋਂ ਵੀ ਉਹ ਦੂਰ ਹੋ ਗਈ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਹਰ ਇੱਕ ਕੰਮ ਦਾ ਸਮਾਂ ਹੈ। ਸਮੇਂ ਤੋਂ ਪਹਿਲਾਂ ਕੁਝ ਨਹੀਂ ਹੋ ਸਕਦਾ। ਉਹ ਸਮਾਂ ਮੇਰੇ ਔਰ ਤੁਹਾਡੇ ਪ੍ਰਭੂ ਦੇ ਹੱਥਾਂ ਦੇ ਵਿੱਚ ਹੈ। ਉਹ ਪਰਮੇਸ਼ਰ ਸਾਨੂੰ ਸਿਖਾਉਂਦੇ ਨੇ ਇਹਨਾਂ ਵਚਨਾਂ ਦੇ ਦੁਆਰਾ, ਜਿਸ ਤਰ੍ਹਾਂ 3 ਆਇਤ ਦੇ ਵਿੱਚ ਆਪਾਂ ਪਹਿਲਾਂ ਪੜ੍ਹਿਆ ਸੀ। ਕਹਿੰਦਾ घात करने का समा और चंगा करने का भी समय है। ਚੰਗਾ ਕਰਨ ਦਾ ਵੀ ਸਮਾਂ ਹੈ। ਕਈ ਵਾਰੀ ਸਾਨੂੰ ਛੇਤੀ ਹੁੰਦੀ ਆ, ਜੇਕਰ ਸਾਡੇ ਜੀਵਨ ਦੇ ਵਿੱਚ ਕੋਈ ਬਿਮਾਰੀ ਹੁੰਦੀ ਹੈ, ਬਹੁਤ ਸਾਰੇ ਲੋਕ ਕੀ ਕਹਿੰਦੇ ਨੇ ਕਿ ਪਾਸਟਰ ਜੀ ਸਾਡੇ ਲਈ ਪ੍ਰਾਰਥਨਾ ਕਰੋ, ਇਹ ਬਿਮਾਰੀ ਸਾਡੇ ਜੀਵਨ ਨੂੰ ਛੱਡੇ ਔਰ ਚਲੀ ਜਾਏ। ਪ੍ਰਭੂ ਸਾਡੀ ਪ੍ਰਾਰਥਨਾ ਨੂੰ ਸੁਣਦੇ ਆ, ਕਿਉਂਕਿ ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਕਿ ਬਿਮਾਰਾਂ ਦੇ ਲਈ ਪ੍ਰਾਰਥਨਾ ਕਰੋ, ਉਹ ਚੰਗੇ ਹੋ ਗਏ। ਇਹ ਲਾਜ਼ਮੀ ਆ ਕਿ ਉਹ ਚੰਗੇ ਹੁੰਦੇ ਨੇ, ਪਰ ਸਾਡਾ ਵਿਸ਼ਵਾਸ ਘੱਟ ਹੁੰਦਾ ਹੈ। ਪ੍ਰਭੂ ਦਾ ਵਚਨ ਕਹਿੰਦਾ ਉਹ ਚੰਗਾ ਕਰਨ ਦਾ ਇੱਕ ਸਮਾਂ ਆ, ਉਹ ਸਮਾਂ ਪ੍ਰਭੂ ਦੇ ਹੱਥਾਂ ਦੇ ਵਿੱਚ ਹੈ। ਜਦ ਮੈਂ ਤੁਹਾਡੇ ਲਈ ਪ੍ਰਾਰਥਨਾ ਕਰਾਂ, ਉਹ ਮੇਰੀ ਪ੍ਰਾਰਥਨਾ ਪ੍ਰਭੂ ਸੁਣਦੇ ਆ, ਤੁਹਾਡੀ ਪ੍ਰਾਰਥਨਾ ਨੂੰ ਪ੍ਰਭੂ ਸੁਣਦੇ ਆ, ਪਰ ਉਹ ਸਮਾਂ ਜਿਹੜਾ ਨਿਯੁਕਤ ਕੀਤਾ ਪ੍ਰਭੂ ਨੇ ਚੰਗਿਆਈ ਦਾ, ਉਹ ਪ੍ਰਭੂ ਦੇ ਹੱਥਾਂ ਦੇ ਵਿੱਚ ਹੈ। ਇਹ ਵਚਨ ਸਾਡੇ ਨਾਲ ਗੱਲ ਕਰ ਰਿਹਾ ਹੈ, ਸਾਨੂੰ ਸਿਖਾਉਣ ਦੇ ਲਈ। ਕਹਿੰਦਾ ਰੋਣੇ ਦਾ ਸਮਾਂ ਔਰ ਹੱਸਣੇ ਦਾ ਵੀ ਸਮਾਂ ਆ। ਹਰ ਕੰਮ ਦਾ ਇੱਕ ਸਮਾਂ ਆ। ਰੋਣ ਦਾ ਵੀ ਇੱਕ ਸਮਾਂ ਆ। ਮੰਨ ਲਓ ਜੇ ਕੋਈ ਅੱਜ ਦੁਖੀ ਆ, ਨਿਰਾਸ਼ ਆ, ਉਹ ਰੋਂਦਾ ਹੈ, ਪਰ ਇੱਦਾਂ ਤਾਂ ਨਹੀਂ ਉਹ ਹਰ ਵੇਲੇ ਰੋਂਦਾ ਹੀ ਰਵੇ। ਕਹਿੰਦਾ ਉਹਦਾ ਹਰ ਇੱਕ ਕੰਮ ਦਾ ਸਮਾਂ ਆ। ਇੱਕ ਹੱਸਣ ਦਾ ਵੀ ਸਮਾਂ ਆ। ਕਹਿੰਦਾ ਇੱਕ ਪੱਥਰ ਫੇंकने का ਸਮਾਂ ਹੈ ਔਰ ਪੱਥਰ ਬਟੋਰਨੇ का ਵੀ ਸਮਾਂ ਹੈ। ਹਰ ਕੰਮ ਦਾ ਇੱਕ ਸਮਾਂ ਨਿਯੁਕਤ ਕੀਤਾ ਹੈ, ਉਹ ਸਮਾਂ ਪ੍ਰਭੂ ਦੇ ਹੱਥਾਂ ਦੇ ਵਿੱਚ ਹੈ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜੇਕਰ ਅੱਜ ਤੁਸੀਂ ਇਸ ਵਚਨ ਨੂੰ ਸੁਣਦੇ ਔਰ ਇਸ ਤੇ ਅਮਲ ਕਰਦੇ ਹੋ, ਜਿਹੜੀ ਸਾਡੀ ਲਾਲਸਾ ਹੈ ਇਸ ਦੁਨੀਆ ਦੇ ਵਿੱਚ ਸਭ ਕੁਝ ਪਾਉਣ ਦੀ, ਉਹ ਖਤਮ ਹੋ ਜਾਵੇਗੀ। ਹਾਲੇਲੂਇਆ। ਪ੍ਰਭੂ ਸਾਨੂੰ ਬਲੈਸ ਕਰਦੇ ਆ, ਪ੍ਰਭੂ ਸਾਨੂੰ ਆਸ਼ੀਸ਼ ਦਿੰਦੇ ਆ। ਜਿਸ ਤਰ੍ਹਾਂ ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ, ਕਹਿੰਦਾ ਮੇਰੇ ਧਰਮ ਤੇ ਰਾਜ ਦੀ ਖੋਜ ਕਰ, ਸਾਰੀਆਂ ਭਲੀਆਂ ਵਸਤੂਆਂ ਤੇਰੇ ਪਿੱਛੇ ਪੈ ਕੇ ਮਿਲਣਗੀਆਂ। ਸਿਰਫ ਸਾਨੂੰ ਕੀ ਕਰਨ ਦੀ ਜ਼ਰੂਰਤ ਆ? ਉਹਦੇ ਧਰਮ ਤੇ ਰਾਜ ਦੀ ਖੋਜ ਕਰਨ ਦੀ। ਤਾਂ ਪਰਮੇਸ਼ਵਰ ਸਾਨੂੰ ਬਲੈਸ ਕਰਦਾ ਔਰ ਉੱਚਾ ਕਰਦਾ ਹੈ। ਵਚਨ ਸਾਨੂੰ ਸਿਖਾਉਂਦਾ ਕਿ ਹਰ ਇੱਕ ਕੰਮ ਦਾ ਇੱਕ ਸਮਾਂ ਨਿਯੁਕਤ ਹੈ, ਉਹ ਸਮਾਂ ਪ੍ਰਭੂ ਦੇ ਹੱਥਾਂ ਦੇ ਵਿੱਚ ਹੈ। ਅੱਜ ਮੇਰੀ ਇਹ ਪ੍ਰਾਰਥਨਾ ਹੈ ਕਿ ਅੱਜ ਦੀ ਪ੍ਰਾਰਥਨਾ ਤੋਂ ਬਾਅਦ, ਅੱਜ ਦੇ ਵਚਨ ਨੂੰ ਸੁਣਨ ਤੋਂ ਬਾਅਦ, ਜਿਹੜੀ ਸਾਡੀ ਲਾਲਸਾ ਹੈ ਇਸ ਦੁਨੀਆ ਦੇ ਵਿੱਚ ਸਭ ਕੁਝ ਪਾਉਣ ਦੀ, ਉਹ ਖਤਮ ਹੋਵੇਗੀ। ਕਿਉਂਕਿ ਸਾਨੂੰ ਵਚਨ ਸਿਖਾਉਂਦਾ ਹੈ ਕਿ ਅਸੀਂ ਇੱਕ ਮੁਸਾਫਰ ਹਾਂ ਇਸ ਦੁਨੀਆ ਦੇ ਉੱਤੇ, ਔਰ ਮੁਸਾਫਰ ਹਮੇਸ਼ਾ ਦੇ ਲਈ ਨਹੀਂ ਠਹਿਰਦਾ। ਉਹ ਕੁਝ ਸਮਾਂ ਨਿਯੁਕਤ ਹੁੰਦਾ ਹੈ। ਉਹ 2 ਦਿਨ ਹੋਵੇਗੀ, ਉਹ 5 ਦਿਨ ਹੋਵੇਗਾ, ਉਹ 10 ਦਿਨ ਹੋਵੇਗਾ, ਉਹ 15 ਦਿਨ ਹੋਵੇਗਾ। ਇੱਕ ਸਮਾਂ ਨਿਯੁਕਤ ਹੁੰਦਾ ਹੈ, ਉਹ ਸਮਾਂ ਉਹ ਪ੍ਰਭੂ ਦੇ ਹੱਥਾਂ ਦੇ ਵਿੱਚ ਹੈ। ਹਾਲੇਲੂਇਆ। ਮੇਰੀ ਇਹ ਪ੍ਰਾਰਥਨਾ ਹੈ ਕਿ ਅੱਜ ਦਾ ਵਚਨ ਤੁਹਾਡੇ ਜੀਵਨਾਂ ਦੇ ਵਿੱਚ ਕੰਮ ਕਰੇ, ਤੁਹਾਡੇ ਜੀਵਨ ਨੂੰ ਬਦਲ ਦੇਵੇ। ਹਾਲੇਲੂਇਆ। ਆਈਏ ਆਪਣੀਆਂ ਅੱਖਾਂ ਨੂੰ ਬੰਦ ਰੱਖੋ ਔਰ ਪ੍ਰਾਰਥਨਾ ਵਿੱਚ ਜਾਓ, ਆਪਣੇ ਹੱਥਾਂ ਨੂੰ ਉਠਾਓ। ਮੇਰਾ ਪਰਮੇਸ਼ਵਰ ਤੁਹਾਨੂੰ ਛੂਹਣਾ ਚਾਹੁੰਦਾ ਹੈ ਅੱਜ ਦੇ ਵਚਨ ਦੇ ਦੁਆਰਾ। ਸਵਰਗੀ ਪਿਤਾ ਪ੍ਰਭੂ ਯੀਸ਼ੂ ਜੀ, ਅਸੀਂ ਤੁਹਾਡੀ ਪਵਿੱਤਰ ਹਜ਼ੂਰੀ ਦੇ ਵਿੱਚ ਆਉਂਦੇ ਹਾਂ। ਅਸੀਂ ਤੁਹਾਡੇ ਨਾਮ ਨੂੰ ਧੰਨ ਕਹਿੰਦੇ ਹਾਂ ਮੇਰੇ ਪਰਮੇਸ਼ਵਰ। ਅੱਜ ਜਦੋਂ ਪ੍ਰਭੂ ਅਸੀਂ ਤੁਹਾਡੇ ਵਚਨ ਨੂੰ ਪੜ੍ਹਿਆ ਹੈ ਔਰ ਸੁਣਿਆ ਹੈ ਮੇਰੇ ਸਾਮਰਥੀ ਪਰਮੇਸ਼ਵਰ, ਅਸੀਂ ਇਹ ਜਾਣ ਚੁੱਕੇ ਹਾਂ ਪ੍ਰਭੂ ਕਿ ਹਰ ਇੱਕ ਕੰਮ ਦਾ ਇੱਕ ਸਮਾਂ ਹੈ ਔਰ ਉਹ ਸਮਾਂ ਤੁਹਾਡੇ ਹੱਥਾਂ ਦੇ ਵਿੱਚ ਹੈ ਮੇਰੇ ਪਰਮੇਸ਼ਵਰ। ਪ੍ਰਭੂ ਜਿਸ ਤਰ੍ਹਾਂ ਤੁਹਾਡਾ ਵਚਨ ਕਹਿੰਦਾ ਹੈ ਕਿ ਮੈਂ ਮੰਗਣ ਤੋਂ ਪਹਿਲਾਂ ਜਾਣਦਾ ਹਾਂ ਤੁਹਾਨੂੰ ਕਿਸ ਚੀਜ਼ ਦੀ ਜ਼ਰੂਰਤ ਹੈ। ਪ੍ਰਭੂ ਸੱਚਮੁੱਚ ਤੂੰ ਸਾਡੀਆਂ ਜ਼ਰੂਰਤਾਂ ਨੂੰ ਜਾਣਦਾ ਹੈ ਔਰ ਪ੍ਰਭੂ ਤੂੰ ਸਮੇਂ ਦੇ ਸਿਰ ਪੂਰਾ ਕਰਨ ਦੀ ਤਾਕਤ ਰੱਖਦਾ ਹੈ ਮੇਰੇ ਸਾਮਰਥੀ ਪਿਤਾ। ਪ੍ਰਭੂ ਦਇਆ ਕਰੋ, ਅਗਵਾਈ ਕਰੋ ਪ੍ਰਭੂ। ਅੱਜ ਦਾ ਵਚਨ ਸਾਡੇ ਸਾਰਿਆਂ ਦੇ ਲਈ ਆਸ਼ੀਸ਼ ਦਾ ਕਾਰਨ ਬਣੇ, ਵੱਡੀ ਬਰਕਤ ਦਾ ਕਾਰਨ ਬਣੇ, ਔਰ ਅਸੀਂ ਪ੍ਰਭੂ ਉਸ ਸਮੇਂ ਦੇ ਇੰਤਜ਼ਾਰ ਦੇ ਵਿੱਚ ਰਹੀਏ ਜੋ ਸਮਾਂ ਪ੍ਰਭੂ ਤੂੰ ਸਾਡੇ ਲਈ ਠਹਿਰਾਇਆ ਹੈ ਮੇਰੇ ਸਾਮਰਥੀ ਪਰਮੇਸ਼ਵਰ। ਦਇਆ ਕਰੋ, ਉਹ ਸਮਾਂ ਜੋ ਬਲੈਸਿੰਗ ਦਾ ਤੁਸੀਂ ਠਹਿਰਾਇਆ ਹੈ ਪ੍ਰਭੂ, ਅਸੀਂ ਉਸ ਨੂੰ ਪ੍ਰਭੂ ਉਡੀਕ ਦੇ ਵਿੱਚ ਰਹੀਏ ਔਰ ਤੁਹਾਡੀ ਹਜ਼ੂਰੀ ਦੇ ਵਿੱਚ ਬਣੇ ਰਹੀਏ ਮੇਰੇ ਪਰਮੇਸ਼ਵਰ ਜੀ। ਦਇਆ ਕਰੋ ਔਰ ਵੱਡੀ ਬਰਕਤ ਦਿਓ। ਪ੍ਰਭੂ ਯੀਸ਼ੂ ਜੀ ਦੇ ਸਾਮਰਥੀ ਔਰ ਜ਼ਿੰਦਾ ਨਾਮ ਚ ਮੰਗਦੇ ਹਾਂ, ਆਮੀਨ। ਪ੍ਰਭੂ ਤੁਹਾਨੂੰ ਬਹੁਤ ਸਾਰੀ ਬਰਕਤ ਦੇਵੇ ਇਹਨਾਂ ਵਚਨਾਂ ਦੇ ਦੁਆਰਾ, ਔਰ ਤੁਸੀਂ ਪ੍ਰਭੂ ਦੀ ਮਹਿਮਾ ਦੇ ਵਿੱਚ ਅੱਗੇ ਵਧਦੇ ਜਾਓ। ਸਾਰਿਆਂ ਨੂੰ ਜੈ ਮਸੀਹ ਦੀ।